बाबा साहब की जिहड़ी सोच जो बाबा साहब की विचारधारा जिहड़े भी साडे साथी इहनूं अपना रहे ने। देखो बाबा साहब ने संविधान की रचना की, संविधान लिखिया वो एक जाति का एक धर्म का संविधान नहीं लिखिया, उन्होंने पूरे देश का संविधान लिखिया। साडा जिहड़ा ये भारतीय अंबेडकर मिशन है ये हर पद्धर तो उपर उठ के, जातिवाद तो उपर उठ के, पोलीटिकल तो उपर उठ के, हर पद्धर तो जिहड़ा उपर उठ के इहदे विच जिहड़े साडे साथी जिहड़ा काम कर रहे हैं। बाबा साहब का जो सपना सीगा, बाबा साहब का था जो सपना अनपढ़ता से हमको बचना, बाबा साहब का था जो सपना अनपढ़ता से हमको बचना, अपना मिशन पढ़ाई हो मेम के तन पे हमेशा सूट बूट और टाई। बाबा साहब की जिहड़ी कुर्बानी है वो कदे नहीं भुलाई जा सकती, अपना पूरा वंश मार के समाज नूं बचाया। बाबा साहब ने उदों एक सोच सी, जो पता लगे बाबा साहब नूं कि उन्हां दा जिहड़ा बच्चा है बड़ा सीरीयस है, पर उन्हां दा उस समय जिहड़े उहदे टेस्ट पेपर सीगे, इस करके वो कहंदे मेरे लिए आ ज़्यादा जरूरी। सत श्री अकाल दोस्तों, तुसीं देख रहे हो लुधियाना टॉप लाइव न्यूज़ ਤੇ मैं ਤੁਹਾਡਾ अपना विजय कुमार लुधियाना ਦੇ ਸਰਕਟ ਹਾਊਸ ਵਿੱਚ ਪਹੁੰਚੇ ਹਾਂ, ਜਿੱਥੇ ਭਾਰਤੀ ਅੰਬੇਦਕਰ ਮਿਸ਼ਨ ਵੱਲੋਂ ਇੱਕ ਅੱਜ ਵਿਸ਼ੇਸ਼ ਮੀਟਿੰਗ ਰੱਖੀ ਹੈ ਤੇ ਸਾਡੇ ਨਾਲ ਦਰਸ਼ਨ ਕਾਂਗੜਾ ਜੀ ਮੌਜੂਦ ਨੇ। ਗੱਲਬਾਤ ਕਰ ਲਵਾਂਗੇ ਕੀ ਕਹਿਣਾ ਚਾਹੁੰਦੇ, ਕਿਹੜੇ ਵਿਸ਼ਿਆਂ ਤੇ ਅੱਜ ਮੀਟਿੰਗ ਹੋਈ ਹੈ ਤੇ ਕੀ ਮੈਸੇਜ ਹੈ ਸਮਾਜ ਨੂੰ। ਸਭ ਤੋਂ ਪਹਿਲਾਂ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। और सर की कहना चाहते ਅੱਜ ਕਿਹੜੇ ਵਿਸ਼ਿਆਂ ਤੇ ਜਿਹੜੀ ਅਹਿਮ ਮੀਟਿੰਗ ਹੋਈ ਆ ਤੇ ਮੈਸੇਜ ਕੀ ਹੈਗਾ ਸਮਾਜ ਨੂੰ। ਜਿਹੜਾ ਅੱਜ ਦੀ ਸਾਡੀ ਜਿਹੜੀ ਮੀਟਿੰਗ ਸੀ ਭਾਰਤੀ ਅੰਬੇਡਕਰ ਮਿਸ਼ਨ ਦੀ, ਉਹਦਾ ਮੁੱਖ ਏਜੰਡਾ ਤਾਂ ਇਹ ਸੀ ਕਿਉਂਕਿ ਅਸੀਂ ਹਰ ਸਾਲ ਨਵੀਂ ਟੀਮ ਆਪਣੀ ਇੱਕ ਬਣਾਉਂਦੇ ਆ। 2023 ਦੇ ਲਈ ਜਿਹੜੀ ਅਸੀਂ ਭਾਰਤੀ ਅੰਬੇਡਕਰ ਮਿਸ਼ਨ ਦੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਿਹੜੀ ਟੀਮ ਬਣਾਈ ਹੈ, ਉਹਦੀ ਅਸੀਂ ਪਹਿਲੀ ਮੀਟਿੰਗ ਅੱਜ ਲੁਧਿਆਣਾ ਵਿਖੇ ਜਿਹੜੀ ਅਸੀਂ ਅੱਜ ਰੱਖੀ ਸੀਗੀ ਉਹਦੀ ਸ਼ੁਰੂਆਤ ਕੀਤੀ ਹੈ। ਬਾਕੀ ਸਾਰੇ ਪੰਜਾਬ 'ਚ ਵੀ ਕਰਾਂਗੇ ਮੀਟਿੰਗਾਂ ਤਾਂ। ਕਈ ਜਗ੍ਹਾ ਤੁਸੀਂ ਕਈਆਂ ਨੂੰ ਅਹੁਦੇ ਵੀ ਦਿੱਤੇ ਆ, ਨਿਵਾਜੇ ਆ, ਕਿੱਦਾਂ ਦੀ ਜ਼ਿੰਮੇਵਾਰੀ ਉਹ ਭੁਗਤਾਣਗੇ ਤੇ ਕੀ ਮੈਸੇਜ ਆ ਉਹਨਾਂ ਲਈ? ਨਹੀਂ ਦੇਖੋ, ਸਾਡੇ ਯੂਥ ਵਿੰਗ ਦੇ ਸਾਡੇ ਪ੍ਰਧਾਨ ਨੇ ਸਟੇਟ ਦੇ ਮੁਕੇਸ਼ ਰਤਨਾਕਰ, ਉਹਨਾਂ ਦੇ ਨਾਲ ਮਹਿਲਾ ਵਿੰਗ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਮੈਡਮ ਹਰਜਿੰਦਰ ਕੌਰ ਜੀ, ਤੇ ਹੋਰ ਸਾਡੇ ਸਤਿਕਾਰਯੋਗ ਸਾਥੀ ਨੇਹਾ ਚੰਡਾਲੀਆ ਜੀ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸ਼ਹਿਰੀ ਲੁਧਿਆਣਾ ਤੋਂ, ਉਹਨਾਂ ਦੇ ਨਾਲ ਜਿਹੜੇ ਲਲਿਤ ਖੋਸਲਾ ਜੀ ਜਿਹੜੇ ਯੂਥ ਵਿੰਗ ਦੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਲੁਧਿਆਣਾ ਤੋਂ, ਮੈਡਮ ਮਨੀਸ਼ਾ ਕਪੂਰ ਜੀ ਜਿਨ੍ਹਾਂ ਨੂੰ ਅਸੀਂ ਸਪੋਕਸ ਪਰਸਨ ਲਾਇਆ, ਮੈਡਮ ਮੰਜੂ ਹਰਕਿਰਨ ਜੀ ਜਿਹੜੇ ਸਾਡੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਨੇਗੇ ਜਿਹੜੇ ਭਾਰਤੀ ਅੰਬੇਡਕਰ ਮਿਸ਼ਨ ਦੇ। ਇਸ ਤਰ੍ਹਾਂ ਸਾਡੇ ਹੋਰ ਬਹੁਤ ਸਾਥੀ ਨੇ, ਚੋਪੜਾ ਸਾਹਿਬ ਨੇ ਸਾਡੇ, ਗੁਰਮੇਲ ਜੀ ਨੇਗੇ, ਮਤਲਬ ਲਗਭਗ ਸਾਡੇ ਸਾਰੇ ਸਾਥੀ ਨੇ ਜਿਹੜੇ ਅੱਜ ਅਸੀਂ ਨਿਯੁਕਤ ਕੀਤੇ ਆ। ਪਹਿਲਾਂ ਉਹਨਾਂ ਨੂੰ ਅੱਜ ਪਹਿਲੀ ਮੀਟਿੰਗ ਬੁਲਾਈ ਗਈ ਸੀ। ਸੰਗਠਨ ਸੰਸਥਾ ਬਹੁਤ ਦੇਖੀਆਂ, ਪਰ ਤੁਹਾਡੇ ਵਿੱਚ ਇੱਕ ਬਹੁਤ ਅਹਿਮ ਗੱਲ ਹੋਈ ਹੈ ਕਿ ਜਿਹੜੀ ਸਾਰੇ ਸਮਾਜ ਲਈ ਆ, ਸਾਰੇ ਧਰਮਾਂ ਦੇ ਲਈ ਆ, ਸਾਰਿਆਂ ਦੀ ਆ, ਸਾਂਝੇ ਤੌਰ ਤੇ ਆ, ਕੀ ਸੰਦੇਸ਼ ਹੈ? ਦੇਖੋ, ਅਸੀਂ ਬਾਬਾ ਸਾਹਿਬ ਦੇ ਨਾਮ ਤੇ ਜਿਹੜਾ ਅਸੀਂ ਮਿਸ਼ਨ ਚਲਾ ਰਹੇ ਹਾਂ, ਜੋ ਬਾਬਾ ਸਾਹਿਬ ਦੀ ਜਿਹੜੀ ਸੋਚ, ਜੋ ਬਾਬਾ ਸਾਹਿਬ ਦੀ ਵਿਚਾਰਧਾਰਾ ਜਿਹੜੇ ਵੀ ਸਾਡੇ ਸਾਥੀ ਇਹਨੂੰ ਅਪਣਾ ਰਹੇ ਨੇ। ਦੇਖੋ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕੀਤੀ, ਸੰਵਿਧਾਨ ਲਿਖਿਆ ਉਹ ਇੱਕ ਜਾਤੀ ਦਾ ਇੱਕ ਧਰਮ ਦਾ ਸੰਵਿਧਾਨ ਨਹੀਂ ਲਿਖਿਆ, ਉਹਨਾਂ ਨੇ ਪੂਰੇ ਦੇਸ਼ ਦਾ ਸੰਵਿਧਾਨ ਲਿਖਿਆ। ਸਾਡਾ ਜਿਹੜਾ ਇਹ ਭਾਰਤੀ ਅੰਬੇਡਕਰ ਮਿਸ਼ਨ ਹੈ ਇਹ ਹਰ ਪੱਧਰ ਤੋਂ ਉੱਪਰ ਉੱਠ ਕੇ, ਜਾਤੀਵਾਦ ਤੋਂ ਉੱਪਰ ਉੱਠ ਕੇ, ਪੋਲੀਟੀਕਲ ਤੋਂ ਉੱਪਰ ਉੱਠ ਕੇ, ਹਰ ਪੱਧਰ ਤੋਂ ਜਿਹੜਾ ਉੱਪਰ ਉੱਠ ਕੇ ਇਹਦੇ ਵਿੱਚ ਜਿਹੜੇ ਸਾਡੇ ਸਾਥੀ ਜਿਹੜਾ ਕੰਮ ਕਰ ਰਹੇ ਹਨ। ਬਾਬਾ ਸਾਹਿਬ ਦਾ ਇੱਕ ਸੁਪਨਾ ਸੀਗਾ ਜੀ, ਮਿਸ਼ਨ ਨੂੰ ਜੇ ਕਿਤੇ ਅੱਗੇ ਨਹੀਂ ਲੈ ਕੇ ਜਾਣਾ ਤੇ ਪਿੱਛੇ ਵੀ ਨਾ ਜਾਣ ਦਿਓ, ਕੀ ਸੰਦੇਸ਼? ਦੇਖੋ ਬਾਬਾ ਸਾਹਿਬ ਦਾ ਜਿਹੜਾ ਸੁਪਨਾ, ਤੁਸੀਂ ਵਧੀਆ ਗੱਲ ਕੀਤੀ ਹੈ। ਬਾਬਾ ਸਾਹਿਬ ਦੀਆਂ ਇੱਕ ਦੋ ਲਾਈਨਾਂ ਨੇ ਜੋ ਮੈਂ ਹਰ ਜਗ੍ਹਾ ਤੇ ਉੱਪਰ ਬੋਲਦਾ ਵੀ ਹੁੰਦਾ ਹੈ, ਕਿਉਂਕਿ ਬਾਬਾ ਸਾਹਿਬ ਜਿਹੜੀ ਉਹਨਾਂ ਦੀ ਸੋਚ ਸੀ ਉਹ ਹੈਗੀ ਸੀਗੀ ਇੱਕ ਤਾਂ ਐਜੂਕੇਸ਼ਨ ਵੱਲ। ਇੱਕ ਬਾਬਾ ਸਾਹਿਬ ਦਾ ਜਿਹੜੀ ਸੋਚ ਸੀਗੀ ਉਹ ਦੋ ਲਾਈਨਾਂ ਲਿਖੀਆਂ ਨੇ, ਕਹਿੰਦੇ ਅਗਰ ਜਿੰਦਾ ਹੋ ਤਾਂ ਨਜ਼ਰ ਆਣਾ ਚਾਹੀਏ, ਅਗਰ ਜਿੰਦਾ ਹੋ ਤਾਂ ਨਜ਼ਰ ਆਣਾ ਚਾਹੀਏ। ਸਾਡੀ ਸਾਰੀ ਟੀਮ ਜਿਹੜੇ ਸਾਡੇ ਸਾਰੇ ਸਾਥੀ ਨੇ ਉਹ ਕੰਮ ਕਰ ਰਹੇ ਨੇ। ਬਾਬਾ ਸਾਹਿਬ ਦਾ ਮਿਸ਼ਨ ਐਜੂਕੇਸ਼ਨ ਦੇ ਉੱਪਰ, ਜੇ ਬਾਬਾ ਸਾਹਿਬ ਨੂੰ ਕਾਨੂੰਨ ਦਾ ਜਿਹੜਾ ਮੰਤਰੀ ਬਣਾਇਆ, ਭਾਰਤ ਸਰਕਾਰ ਦੇ ਪਹਿਲੇ ਕਾਨੂੰਨ ਮੰਤਰੀ ਬਣੇ, ਇਹ ਬਾਬਾ ਸਾਹਿਬ ਦੀ ਕੁਆਲਿਟੀ ਸੀ, ਉਹਨਾਂ ਦੀ ਐਜੂਕੇਸ਼ਨ। बाबा साहब का जो सपना सीगा, बाबा साहब का था जो सपना अनपढ़ता से हमको बचना, बाबा साहब का था जो सपना अनपढ़ता से हमको बचना, अपना मिशन पढ़ाई हो मेम के तन पे हमेशा सूट बूट और टाई हो। और दर्शन लाल जी एक बहुत अहम गल तुहाडे नाल करन जा रहे हैं कि जिस तरह डॉक्टर बाबा साहब भीम अंबेदकर सीगे, उन्हां दे परिवार विच उन्हां दे बच्चे दी डैथ हो जाती है ਤਾਂ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ, ਪਰ ਉਹ ਪਹੁੰਚਦੇ ਨਹੀਂ। ਉਹ ਕਹਿੰਦੇ ਵੀ ਮੇਰੇ ਕਰੋੜਾਂ ਬੱਚੇ ਜਿਹੜੇ ਹੈਗੇ ਆ, ਮੈਂ ਉਹਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦੇਣੀ ਚਾਹੁੰਦਾ, ਉਹਨਾਂ ਨੂੰ ਡੈਥ ਨਹੀਂ ਕਰਨਾ ਚਾਹੁੰਦਾ। ਕੀ ਕਹਿਣਾ? ਨਹੀਂ ਦੇਖੋ, ਬਾਬਾ ਸਾਹਿਬ ਨੇ ਆਪਣਾ ਪੂਰਾ ਵੰਸ਼ ਵਾਰਿਆ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀਗੀ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਆਪਣਾ ਵੰਸ਼ ਵਾਰਿਆ। ਅੱਜ ਸਤਿਕਾਰ ਸਾਡਾ ਬਹੁਤ ਆ ਉਹਨਾਂ ਦੇ ਪ੍ਰਤੀ, ਪਰ ਉਹਨਾਂ ਦੇ ਨਾਲ ਤੁਲਨਾ ਨਹੀਂ ਹੈਗੀ। ਲੇਕਿਨ ਬਾਬਾ ਸਾਹਿਬ ਨੇ ਵੀ ਆਪਣਾ ਵੰਸ਼ ਵਾਰਿਆ। ਬਾਬਾ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹ ਕਦੇ ਨਹੀਂ ਭੁਲਾਈ ਜਾ ਸਕਦੀ, ਆਪਣਾ ਪੂਰਾ ਵੰਸ਼ ਵਾਰ ਕੇ ਸਮਾਜ ਨੂੰ ਬਚਾਇਆ। ਬਾਬਾ ਸਾਹਿਬ ਨੇ ਉਦੋਂ ਇੱਕ ਸੋਚ ਸੀ, ਜਦੋਂ ਪਤਾ ਲੱਗੇ ਬਾਬਾ ਸਾਹਿਬ ਨੂੰ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਬੜਾ ਸੀਰੀਅਸ ਹੈ, ਪਰ ਉਹਨਾਂ ਦਾ ਉਸ ਸਮੇਂ ਜਿਹੜੇ ਉੱਥੇ ਟੈਸਟ ਪੇਪਰ ਸੀਗੇ, ਇਸ ਕਰਕੇ ਉਹ ਕਹਿੰਦੇ ਮੇਰੇ ਲਈ ਆਹ ਜ਼ਿਆਦਾ ਜ਼ਰੂਰੀ ਨੇ। ਜੇ ਮੈਂ ਅੱਜ ਇਹਨਾਂ ਨੂੰ ਵਿਚਕਾਰ ਛੱਡ ਗਿਆ, ਕਿਉਂਕਿ ਬਾਬਾ ਸਾਹਿਬ ਨੇ ਪਹਿਲਾਂ ਸਮਾਂ ਦੇਖਿਆ ਸੀਗਾ, ਬਾਬਾ ਸਾਹਿਬ ਨੇ ਐਜੂਕੇਸ਼ਨ ਹਾਸਲ ਕੀਤੀ ਹੈ, ਸਕੂਲ ਦੇ ਕੋਲ ਦੀ ਲੰਘਣ ਨਹੀਂ ਦਿੰਦੇ ਸੀ, ਪਰ ਉਸ ਸਮੇਂ ਬਾਬਾ ਸਾਹਿਬ ਨੇ ਐਜੂਕੇਸ਼ਨ ਹਾਸਲ ਕੀਤੀ ਸੀ। ਮੈਂ ਦੇਖਦਾ ਹੁਣ ਅਕਸਰ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਚੱਲ ਰਹੀ ਹੈ, ਬਾਬਾ ਸਾਹਿਬ
ਦੇ ਜਿਹੜੇ ਪਿਤਾ ਜੀ ਨੇ ਉਹ ਬਾਬਾ ਸਾਹਿਬ ਨੂੰ ਕਹਿ ਰਹੇ ਨੇ, ਕਹਿੰਦੇ ਬੇਟਾ ਜੇ ਦੇਸ਼ सभी भारतीयों का देश है, बाबा साहब कहते पिताजी अगर ये सभी भारतीयों का देश है तो मुझे सबके साथ बिठाकर पढ़ाया क्यों नहीं जाता, मैं सबके साथ बैठकर खाना क्यों नहीं खा सकता, मैं सभी कुएं से पानी भरकर क्यों नहीं पी सकता। तब बाबा साहब कहते ऐसी बात नहीं बेटा, हमें इस देश को अंग्रेज़ों से आज़ाद करवाना है, ये भारतीयों का देश है। बाबा साहब कहते पिता जब मैं बड़ा हूँगा तो मैं दो तरह की लड़ाई लड़ूंगा, एक तो लड़ाई लड़ूंगा अंग्रेज़ों के साथ देश को आज़ाद करवाने की, और दूसरी लड़ाई लड़ूंगा अपने समाज को आज़ाद करवाने की। बाबा साहब ने अपनी एजुकेशन ਦੇ ਨਾਲ ਉਹ ਦੋਏ ਲੜਾਈਆਂ ਲੜੀਆਂ, ਬਰਾਬਰਤਾ ਜਿਹੜੇ ਹੱਕ ਦਵਾਏ। ਤੁਸੀਂ ਦੇਖਿਆ ਅੱਜ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ, ਤੁਸੀਂ ਵੀ ਪੈਂਟ ਕੋਟ ਪਾ ਕੇ ਟਾਈ ਲੱਗੀ ਹੋਈ ਹੈ, ਮੈਂ ਵੀ ਜੈਕਟ ਪਾਈ ਫਿਰਦਾ, ਬਾਬਾ ਸਾਹਿਬ ਦੀ ਬਦੌਲਤ ਹੈ। ਪਹਿਲਾਂ ਸਾਡਾ ਕੀ ਹਾਲ ਸੀ, ਦਲਿਤ ਸਮਾਜ ਦਾ ਕੀ ਹਾਲ ਸੀ, ਜਿਹੜੇ ਦੱਬੇ ਕੁਚਲੇ ਤੇ ਲਤਾੜੇ ਹੋਏ ਲੋਕ ਨੇ, ਇਹ ਤੁਹਾਡੇ ਤੋਂ ਬਿਹਤਰ ਮੈਂ ਸਮਝਦਾ ਕੋਈ ਨਹੀਂ ਜਾਣਦਾ। ਤੁਸੀਂ ਪ੍ਰੈਸ ਨੂੰ ਦੇਖਦੇ ਹੋ, ਜਿਹੜੇ ਅੱਜ ਕੁਰਸੀਆਂ ਦੇ ਬਿਠਾਏ ਬਾਬਾ ਸਾਹਿਬ ਦੀ ਬਦੌਲਤ ਹੈ। ਆਏ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਜਿਹਦੇ ਚ ਐਸੀ ਸਮਾਜ ਨਾਲ ਬਹੁਤ ਜ਼ਿਆਦਾ ਧੱਕਾ ਹੁੰਦਾ। ਕੀ ਕਹਿਣਾ ਚਾਹੁੰਦੇ ਆ, ਕੋਈ ਜਾਤੀ ਛੂਤੀ ਸ਼ਬਦ ਵੀ ਬੋਲੇ ਜਾਂਦੇ ਆ, ਕਾਰਵਾਈ ਵੀ ਹੁੰਦੀ ਆ, ਪਰ ਲੋਕ ਫੇਰ ਨਹੀਂ ਹਟਦੇ ਹੈਗੇ। ਦੇਖੋ ਅੱਜ ਵੀ ਮੈਂ ਸਮਝਦਾ, ਅੱਜ ਵੀ ਇੱਦਾਂ ਦੇ ਬਹੁਤ ਲੋਕ ਹੈਗੇ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਅੱਜ ਵੀ ਜਾਤੀਵਾਦ ਦਾ ਜਿਹੜਾ ਇੱਕ ਕਿੱਲਾ ਫਸਿਆ ਹੋਇਆ ਹੈ। ਅੱਜ ਵੀ ਬਹੁਤ ਲੋਕ ਇੱਦਾਂ ਦੇ ਹੈਗੇ ਨੇ, ਪਰ ਉਹਨਾਂ ਲੋਕਾਂ ਨੂੰ ਨੱਥ ਪਾਉਣ ਦੇ ਲਈ ਸਾਡਾ ਸੰਵਿਧਾਨ, ਸਾਡੇ ਦੇਸ਼ ਦਾ ਕਾਨੂੰਨ ਹੈਗਾ ਜਿਹੜਾ ਉਹਨੂੰ ਸਮੇਂ-ਸਮੇਂ ਤੇ ਜਿਹੜਾ ਨੱਥ ਪਾਉਂਦਾ। ਜਿੱਥੇ ਕੋਈ ਪ੍ਰਸ਼ਾਸਨ ਸਰਕਾਰ ਕੰਮ ਨਹੀਂ ਕਰਦੀ ਤਾਂ ਉੱਥੇ ਸਾਡਾ ਜਿਹੜਾ ਐਸਸੀ ਕਮਿਸ਼ਨ ਹੈਗਾ ਉਹ ਭਲੀ ਭਾਂਤੀ ਜਾ ਕੇ ਉਹਨੂੰ ਨੱਥ ਪਾਉਂਦਾ ਇਨਸਾਫ ਦੇ ਵਿੱਚ। ਇੱਕ ਸਮਾਨਤ ਦੀ ਗੱਲ ਕੀਤੀ ਸੀ ਤੁਸੀਂ, ਉਹ ਕਿਹੜਾ ਸਮਾਨਤ ਹੈਗਾ, ਕਿਹੜੇ ਕਰਕੇ ਕਰਨਾ ਪੈਣਾ? ਸਤਿ ਸ਼੍ਰੀ ਅਕਾਲ ਜੀ। ਦੇਖੋ ਜਿਹੜਾ ਸਨਮਾਨ ਦੀ ਗੱਲ ਕੀਤੀ ਹੈ, ਅਸੀਂ 7 ਜ਼ਿਲ੍ਹੇ ਚੁਣੇ ਆ, ਲੁਧਿਆਣਾ, ਪਟਿਆਲਾ, ਸੰਗਰੂੰਡਾ, ਬਰਨਾਲਾ ਤੇ ਮਾਨਸਾ। ਇਹ 7 ਜ਼ਿਲ੍ਹਿਆਂ ਵਿੱਚ ਜਿੰਨੀਆਂ ਵੀ ਐਸੀ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ 3-3 ਨੁਮਾਇੰਦੇ, ਉਹਨਾਂ ਦੇ ਨਾਲ ਹੀ ਜਿਹੜੇ ਸਪੋਰਟਸ ਕਲੱਬ ਉਹ ਕਿਸੇ ਵੀ ਕੈਟਾਗਰੀ ਦੇ ਹੋਣ, 7 ਜ਼ਿਲ੍ਹਿਆਂ ਵਿੱਚ ਜਿਹੜੇ ਸਪੋਰਟਸ ਕਲੱਬ ਨੇ ਉਹਨਾਂ ਦਾ ਅਸੀਂ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੇ ਨੂੰ ਸਮਰਪਿਤ ਜਿਹੜਾ ਅਸੀਂ ਅਪ੍ਰੈਲ ਦੇ ਵਿੱਚ ਪ੍ਰੋਗਰਾਮ ਕਰਨਾ ਹੈ, ਉਹਦੇ ਤਹਿਤ ਜਿਹੜਾ ਉਹਨਾਂ ਨੂੰ 3-3 ਨੁਮਾਇੰਦਿਆਂ ਨੂੰ 7 ਜ਼ਿਲ੍ਹਿਆਂ ਦੇ ਨੂੰ ਸਾਰੇ ਸਪੋਰਟਸ ਕਲੱਬ, ਸਾਰੀਆਂ ਐਸੀ ਸੰਸਥਾਵਾਂ, ਉਹਨਾਂ ਦਾ ਅਸੀਂ ਵਿਸ਼ੇਸ਼ ਜਿਹੜਾ ਸਨਮਾਨ ਕਰਨਾ ਹੈ ਉਹਨਾਂ ਦਾ। ਥੈਂਕ ਯੂ, ਧੰਨਵਾਦ। ਔਰ ਸਾਡੇ ਨਾਲ ਜੁੜੇ ਸਨ ਦਰਸ਼ਨ ਕਾਂਗੜਾ ਜੀ, ਤੇ ਸਾਡੇ ਨਾਲ ਉਸ ਤੋਂ ਬਾਅਦ ਮੌਜੂਦ ਨੇ ਰਾਜਕੁਮਾਰ ਹੈਪੀ ਜੀ, ਜੋ ਸਮਾਜ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰਦੇ ਨੇ ਤੇ ਕੀ ਕਹਿਣਾ ਚਾਹੁੰਦੇ ਨੇ, ਤੇ ਗੱਲਬਾਤ ਇਹਨਾਂ ਨਾਲ ਕਰ ਲਵਾਂਗੇ। ਅੱਜ ਮੀਟਿੰਗ ਦਾ ਹਿੱਸਾ ਬਣੇ ਨੇ। ਜੈ ਭੀਮ, ਜੈ ਭਾਰਤ ਜੀ। ਜੈ ਭੀਮ, ਜੈ ਭਾਰਤ। ਅੱਜ ਭਾਰਤੀ ਅੰਬੇਡਕਰ ਮਿਸ਼ਨ ਵੱਲੋਂ ਇਹ ਅੱਜ ਮੀਟਿੰਗ, ਪਹਿਲੀ ਮੀਟਿੰਗ ਜਿਹੜੀ ਰੱਖੀ ਗਈ ਪੰਜਾਬ 'ਚ ਲੁਧਿਆਣੇ ਸ਼ਹਿਰ ਦੇ ਵਿੱਚ, ਔਰ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਭਾਰਤੀ ਅੰਬੇਡਕਰ ਮਿਸ਼ਨ ਵੱਲੋਂ ਕਿ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦਾ ਜਿਹੜਾ ਪ੍ਰਚਾਰ ਹੈ ਉਹ ਕਿਤੇ ਨਾ ਕਿਤੇ ਘੱਟ ਹੋ ਰਿਹਾ ਸੀ। ਲੋਕ ਆਪਣੀ ਪਰਸਨਲ ਜਾਤੀਵਾਦ ਨੂੰ ਜ਼ਿਆਦਾ ਵਡੇਵਾ ਦੇ ਰਹੇ ਸੀ। ਸੋ ਇਹ ਬਹੁਤ ਹੀ ਵਧੀਆ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਸਾਹਿਬ ਦਾ ਜਦੋਂ ਨਾਮ ਆ ਗਿਆ ਤਾਂ ਉਹਦੇ ਪੂਰੇ ਭਾਰਤ ਵਰਸ਼ ਦੇ ਸਾਰੇ ਲੋਕ ਆ ਗਏ ਔਰ ਭਾਰਤ ਵਰਸ਼ ਲਈ ਕੰਮ ਕੀਤਾ। ਔਰ ਭਾਰਤੀ ਅੰਬੇਡਕਰ ਮਿਸ਼ਨ ਜਿਹੜੀ ਸਮਾਜ ਦੇ ਲਈ ਜੋ ਵੀ ਆਪਣੀ ਕੰਮ ਕਰ ਰਹੇ ਨੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ, ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਉਪਰਾਲਾ। ਕੁਮਾਰ ਜੀ, ਹੈ ਮੈਸੇਜ ਕੀ ਹੈਗਾ ਐਜੂਕੇਸ਼ਨ ਨੂੰ ਲੈ ਕੇ, ਜੇ ਬੱਚਿਆਂ ਨੇ ਪੜ੍ਹਾਈ ਕਰਨੀ ਆ ਜਾਂ ਬੱਚਿਆਂ ਨੂੰ ਮੈਡੀਕਲ ਸੁਵਿਧਾ ਲੈ ਕੇ ਦੇਣੀ ਆ, ਕਿੱਦਾਂ? ਇਹ ਬਹੁਤ ਹੀ, ਕਿਉਂਕਿ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਬਹੁਤ ਵਧੀਆ, ਭਾਰਤ ਦੇ ਸੰਵਿਧਾਨ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਇੱਕ ਇੱਦਾਂ ਦਾ ਮੁੱਦਾ ਹੈ ਜਿਹਦੇ ਨਾਲ ਜ਼ਰੂਰਤਮੰਦ ਗਰੀਬ ਬੱਚੇ, ਪਰਿਵਾਰ ਦੇ ਬੱਚੇ ਐਜੂਕੇਸ਼ਨ ਹਾਸਲ ਕਰ ਸਕਦੇ ਨੇ। 12ਵੀਂ ਤੋਂ ਬਾਅਦ ਅਗਰ ਕੋਈ ਡਾਕਟਰ ਬਣਨਾ ਚਾਹੁੰਦਾ, ਕੋਈ ਵਕੀਲ ਬਣਨਾ ਚਾਹੁੰਦਾ, ਕੋਈ ਇੰਜੀਨੀਅਰ ਬਣਨਾ ਚਾਹੁੰਦਾ ਤਾਂ ਪੋਸਟ ਮੈਟ੍ਰਿਕ ਦੇ ਥਰੂ ਇਹ ਬਣ ਸਕਦਾ ਹੈ। ਕੀ ਕਹਿਣਾ ਚਾਹੁੰਦੇ ਹੈਪੀ ਜੀ, ਲਾਸਟ ਵਿੱਚ ਕੀ ਮੈਸੇਜ ਹੈਗਾ ਲਾਸਟ ਵਿੱਚ? ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਰਤ ਦੇ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ। ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਵਾਉਣਾ ਚਾਹੀਦਾ ਹੈ, ਕਿਉਂਕਿ ਭਾਰਤ ਦਾ ਸੰਵਿਧਾਨ ਜਿਹੜਾ ਉਹ ਸਾਰਿਆਂ ਲਈ ਇਕਜੁੱਟ, ਇੱਕ ਬਰਾਬਰ ਦਾ ਸੰਦੇਸ਼ ਦਿੰਦਾ ਹੈ। ਸੋ ਮੈਂ ਭਾਰਤ ਦੇ ਸੰਵਿਧਾਨ ਲੋਕਾਂ ਨੂੰ ਕਹੂੰਗਾ ਕਿ ਭਾਰਤ ਦੇ ਸੰਵਿਧਾਨ 'ਤੇ ਵਿਸ਼ਵਾਸ ਰੱਖਣ ਅਤੇ ਲਾਗੂ ਕਰਾਉਣ 'ਚ ਯੋਗਦਾਨ ਪਾਉਣ। ਔਰ ਸਾਡੇ ਨਾਲ ਜੁੜੇ ਸਨ ਰਾਜਕੁਮਾਰ ਹੈਪੀ ਜੀ ਅੰਬੇਦਕਰੀ, ਜੋ ਬਹੁਤ ਹੀ ਵਧੀਆ ਮਿਸ਼ਨ ਚਲਾ ਰਹੇ ਨੇ ਤੇ ਸਮਾਜ ਦੇ ਵਿੱਚ ਸੇਵਾ ਕਰਦੇ ਨੇ। ਤੇ ਤੁਹਾਡੇ ਨਾਲ ਲੁਧਿਆਣਾ ਟੋਪ ਲਾਈਵ ਨਿਊਜ਼ ਤੋਂ ਹਰ ਤਰ੍ਹਾਂ ਦੀ ਖਬਰ ਤੁਹਾਨੂੰ ਦਿਖਾਇਆ ਕਰਾਂਗੇ ਤੇ ਦਿਖਾਉਂਦੇ ਰਹਿੰਦੇ ਆ। ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ, ਆਪਣੀ ਰਾਏ ਜ਼ਰੂਰ ਦਿਓ। ਕੈਮਰਾਮੈਨ ਗਗਨ ਦੇ ਨਾਲ ਲੁਧਿਆਣਾ ਤੋਂ ਵਿਜੇ ਕੁਮਾਰ ਦੀ ਰਿਪੋਰਟ। ਥੈਂਕ ਯੂ, ਧੰਨਵਾਦ।